ਤਾਂ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਪ੍ਰੋਫੈਸਰ MP ਸਿੰਘ ਜੁੜੇ ਨੇ ਔਰ AHP ਤੋਂ ਜੁੜੇ ਨੇ ਵਿਜੇ ਭਾਰਤਵਾਜ ਅਖਿਲ ਹਿੰਦੂ ਪਰਿਸ਼ਦ ਤੋਂ। ਦੋਨਾਂ ਦਾ ਪ੍ਰਤੀਕਰਮ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਵਿਜੇ ਭਾਰਤਵਾਜ ਜੀ, ਤੁਸੀਂ ਕਿਸ ਲਿਹਾਜ਼ ਨਾਲ ਲੈ ਰਹੇ ਹੋ ਜੋ ਦਲੀਲ ਸੁਣੀ ਹੋਣੀ ਹੈ ਸਿਮਰਨਜੀਤ ਸਿੰਘ ਮਾਨ ਦੀ? देखो, मैं हजे अच्छे तरीके नाल दी पूरी दलील सुनी नहीं है, पर जिहड़ी मैनूं जानकारी मिली है जी, जिहड़ा उन्होंने कहा जनेऊ दी तुलना उन्होंने किरपान दे नाल कीती है, मैं कहना ये एक पढ़े लिखे बंदे दी जिहड़ी सोच है वो बिल्कुल ही नहीं है। क्योंकि जनेऊ जिहड़ा है एक मतलब कि मैं हुण ज़्यादा तो नहीं कहूँगा भी कित्थे किरपान है कित्थे जनेऊ, वो कोई ਉਹਦਾ ਜਿਹੜੀ ਤੁਲਨਾ ਇਹਨਾਂ ਨੇ ਕਿਹਾ ਵੀ ਇਹਨੂੰ ਇਹਦੇ ਨਾਲ ਵੀ ਬੰਦਾ ਫਾਂਸੀ ਲਗਾ ਸਕਦਾ, ਜਨੇਊ ਦੇ ਨਾਲ ਵੀ ਫਾਂਸੀ ਅਸਲ ਦੇ ਵਿੱਚ ਭਾਰਦਵਾਜ ਸਾਹਿਬ ਗੱਲ ਹਵਾਈ ਜਹਾਜ਼ ਦੇ ਵਿੱਚ ਸੁਰੱਖਿਆ ਦੀ ਹੋ ਰਹੀ ਹੈ ਔਰ ਸੁਰੱਖਿਆ ਦੇ ਲਿਹਾਜ਼ ਨਾਲ ਉਹਨਾਂ ਨੇ ਦਰਅਸਲ ਇਹ ਤਰਕ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਫਿਰ ਤਾਂ ਕਿਸੇ ਚੀਜ਼ ਨਾਲ ਵੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ, ਕਿਸੇ ਧਾਗੇ ਦੇ ਨਾਲ ਗਲਾ ਘੁੱਟਿਆ ਜਾ ਸਕਦਾ ਹੈ, ਕਿਸੇ ਹੋਰ ਚੀਜ਼ ਦੇ ਨਾਲ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਸੋ ਐਸੇ ਵਿੱਚ ਗੱਲ ਇਹ ਹੈ ਕਿ ਕਿਰਪਾਨ ਤੋਂ ਖਤਰੇ ਦੀ ਗੱਲ ਹੋ ਰਹੀ ਹੈ ਹਵਾਈ ਜਹਾਜ਼ ਦੇ ਸਫ਼ਰ ਦੌਰਾਨ। ਇਹ ਹੈ ਮਾਮਲਾ। ਹਾਂਜੀ ਹਾਂਜੀ, ਮੈਂ ਇਹੀ ਗੱਲ ਕਹਿ ਰਿਹਾ ਵੀ ਇਹ ਕਿੰਨੀ ਮਾਨਸਿਕਤਾ ਦਾ ਦਿਵਾਲੀਆਪਨ ਹੈ ਇਹਨਾਂ ਦਾ ਵੀ ਇੱਕ ਪੜ੍ਹਿਆ ਲਿਖਿਆ ਬੰਦਾ ਹੋ ਕੇ ਅਗਰ ਐਸੀ ਬੇਹੂਦੀ ਗੱਲ ਕਰਦਾ ਹੈ, ਇੱਕ ਧਾਗੇ ਦੀ ਤੁਲਨਾ ਇੱਕ ਵੈਪਨ ਦੇ ਨਾਲ ਕਰਦਾ ਪਿਆ, ਇਸ ਤੋਂ ਜ਼ਿਆਦਾ ਮਾੜੀ ਹਰਕਤ ਇੰਨੀ ਜ਼ਿਆਦਾ ਨਫ਼ਰਤ ਹਿੰਦੂਆਂ ਦੇ ਨਾਲ ਜਿਹੜੀ ਨਫ਼ਰਤ ਹੈ ਉਹ ਇਹਦੀ ਦਰਸਾਉਂਦੀ ਹੈ ਵੀ ਕਿਸ ਤਰੀਕੇ ਦੇ ਨਾਲ ਇਹ ਹਿੰਦੂਆਂ ਦੇ ਨਾਲ ਨਫ਼ਰਤ ਕਰਦੇ ਆ, ਹਿੰਦੂਆਂ ਦੇ ਜਿਹੜੇ ਇੱਕ ਪਵਿੱਤਰ ਜਿਹੜੀਆਂ ਚੀਜ਼ਾਂ ਹੈ ਉਹਨਾਂ ਦੇ ਨਾਲ ਕਿੰਨੀ ਇਹ ਨਫ਼ਰਤ ਕਰਦੇ ਆ ਔਰ ਉਹਦੀ ਤੁਲਨਾ ਵੈਪਨ ਦੇ ਨਾਲ ਕਰਦੇ ਪਏ ਆ। ਸੁਰੱਖਿਆ ਇਸ ਤਰੀਕੇ ਤਰ੍ਹਾਂ ਇਹ ਤਾਂ ਕਹਿਣਾ ਸ਼ੁਰੂ ਕਰ ਦੇਣਗੇ ਵੀ ਕਿਹਦਾ ਨਾਮ ਜਹਾਜ਼ ਦੇ ਵਿੱਚ ਸਾਰੇ ਨੰਗੇ ਹੋ ਕੇ ਚੱਲਣ, ਵੀ ਸਾਡੀ ਕਿਰਪਾਨ ਸਾਨੂੰ ਪਾਣੀ ਚਾਹੀਦੀ, ਵੀ ਨੰਗੇ ਹੋ ਕੇ ਜਾਣ, ਵੀ ਕੋਈ ਲੋੜ ਹੀ ਨਹੀਂ ਹੈ ਵੀ ਉਹਦੇ ਨਾਲ ਵੀ ਕੱਪੜੇ ਪਾਉਣ ਦੇ ਨਾਲ। ਜਵਾਬ ਲੈ ਲੈਂਦੇ ਹਾਂ। ਪ੍ਰੋਫੈਸਰ MP ਸਿੰਘ ਜੁੜੇ ਨੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ। ਪ੍ਰੋਫੈਸਰ ਸਾਹਿਬ, ਕਿਵੇਂ ਦੇਖਦੇ ਹੋ ਇਹਨਾਂ ਬਿਆਨਾਂ ਨੂੰ? ਹਾਂਜੀ ਹਾਂ, ਜਿਹੜੇ ਮੇਰੇ ਮਿੱਤਰ ਹੁਣ ਮੇਰੇ ਤੋਂ ਪਹਿਲਾਂ ਬੋਲ ਰਹੇ ਸੀ ਜੀ ਜੀ ਜੁੜੇ ਹੋਏ ਨੇ ਨਾਲ, ਹਾਂ ਉਹਨਾਂ ਨੇ ਗੱਲ ਤਾਂ ਜਿਹੜੀ ਜਿਸ ਕਾਰਨ ਕਰਕੇ ਪ੍ਰਧਾਨ ਸਾਹਿਬ ਨੇ ਕਿਹਾ ਉਹ ਤਾਂ ਗੱਲ ਕੀਤੀ ਨਹੀਂ ਹੈ ਜੀ, ਪਰ ਉਹ ਜ਼ਿਆਦਾ ਮਾਨਸਿਕਤਾ ਤੇ ਪੜ੍ਹੇ ਲਿਖੇ ਵਾਲੀ ਗੱਲ ਕਰਨ ਲੱਗ ਗਏ। ਮੈਂ ਤਾਂ ਇਹ ਕਹਿਣਾ ਕਿ ਪੜ੍ਹਿਆ ਲਿਖਾ ਬੰਦਾ ਜਿਹੜਾ ਸੰਵਿਧਾਨ ਨੂੰ ਨਹੀਂ ਸਮਝਦਾ ਜੀ, ਉਹ ਆਪਣੇ ਆਪ ਨੂੰ ਪੜ੍ਹਿਆ ਲਿਖਾ ਇੱਥੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੰਵਿਧਾਨ ਜਦੋਂ ਵੀ ਬਣਾਇਆ ਗਿਆ ਹੈ ਉਹਦੇ ਵਿੱਚ ਸਭ ਤੋਂ ਪੜ੍ਹੇ ਲਿਖੇ ਬੰਦੇ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦਾ ਨਾਂ ਆਉਂਦਾ ਹੈ ਕਿ ਉਹਨਾਂ ਨੇ ਸੰਵਿਧਾਨ ਨੂੰ ਤਿਆਰ ਕੀਤਾ ਤੇ ਲਿਖਿਆ। ਉਸ ਸੰਵਿਧਾਨ ਦੀ ਧਾਰਾ 25 ਇਹ ਗੱਲ ਕਹਿੰਦੀ ਹੈ ਕਿ ਕੋਈ ਵੀ ਇਸ ਦੇਸ਼ ਦੇ ਵਿੱਚ ਜਿਹੜਾ ਸਿੱਖ ਹੈ, ਉੱਥੇ ਲਫ਼ਜ਼ ਲਿਖਿਆ ਜਿਹੜਾ ਸਿੱਖ ਹੈ, ਹੋਰ ਕਿਸੇ ਦਾ ਨਾਮ ਨਹੀਂ ਹੈ, ਜਿੰਨੇ ਵੀ ਇੱਥੇ ਰਹਿਣਗੇ ਜਾਂ ਰਹਿੰਦੇ ਨੇ ਜੀ, ਉਹ ਕੈਨ ਆ ਸਿੱਖ ਕੈਨ ਵੀਅਰ ਐਂਡ ਕੈਰੀ ਕਿਰਪਾਨ ਵਿਦ ਹਿਮ ਹਰ ਜੋ ਵੀ ਉਹਨਾਂ ਦਾ ਮਤਲਬ ਸੈਕਸ ਹੈਗਾ। ਠੀਕ ਹੈ। ਸੋ ਮੇਰਾ ਮਤਲਬ ਕਹਿਣ ਤੋਂ ਹੈ ਕਿ ਜੇਕਰ ਅੱਜ ਇੱਕ ਹਾਈ ਕੋਰਟ ਦੇ ਵਿੱਚ ਮਤਸਵੀ ਬੰਦਾ ਇਹਨਾਂ ਵਰਗਾ ਜਿਹੋ ਜਿਹਾ ਇਹ ਮੇਰਾ ਭਰਾ ਬੋਲ ਰਿਹਾ ਹੈ, ਜੇ ਉੱਠ ਕੇ ਕਹਿ ਦੇਵੇ ਹਾਈ ਕੋਰਟ ਜਾ ਕੇ ਪਟੀਸ਼ਨ ਪਾ ਦੇਵੇ, ਜਿਹੜੀ ਪਾ ਦਿੱਤੀ ਹੈ ਉਹਨਾਂ ਨੇ ਕਿ ਸਿੱਖਾਂ ਨੂੰ ਕਿਰਪਾਨ ਪਹਿਨ ਕੇ ਹਵਾਈ ਜਹਾਜ਼ਾਂ ਵਿੱਚ, ਡੋਮੈਸਟਿਕ ਹਵਾਈ ਜਹਾਜ਼ਾਂ 'ਚ ਬੈਨ ਹੋਣਾ ਚਾਹੀਦਾ ਹੈ। ਛੋਟੀ ਕਿਰਪਾਨ ਦਾ ਜ਼ਿਕਰ ਕਰ ਰਹੇ ਹੋ ਤੁਸੀਂ? ਛੋਟੀ ਕਿਰਪਾਨ ਦਾ ਛੋਟੀ ਕਿਰਪਾਨ ਦਾ ਹੀ ਇਸ ਟਾਈਮ ਪਰਮਿਸ਼ਨ ਹੈਗੀ ਹੈ ਜੀ ਜੀ। ਇਸ ਵਕਤ ਜਿਹੜੀ ਪਰਮਿਸ਼ਨ ਹੈ ਵਿਦ ਇਨ ਇੰਡੀਆ ਡੋਮੈਸਟਿਕ ਜਿਹੜੀਆਂ ਏਅਰਲਾਈਨਸ ਹਵਾਈ ਉਡਾਨਾਂ ਨੇ ਉਹਨਾਂ ਵਿੱਚ ਕੇਵਲ ਤੇ ਕੇਵਲ ਛੋਟੀ ਕਿਰਪਾਨ ਦਾ ਹੀ ਪਰਮਿਸ਼ਨ ਹੈਗੀ ਹੈ ਜੀ ਜੀ। ਉਹਦੀ ਗੱਲ ਕਰਦਿਆਂ ਹੋਇਆਂ ਹਾਈ ਕੋਰਟ ਦੇ ਵਿੱਚ ਜਾ ਕੇ ਇੱਕ ਬੰਦੇ ਨੇ ਮਤਸਵੀ ਬਣਾ ਜ਼ਾਹਿਰ ਕਰਦਿਆਂ ਹੋਇਆਂ ਇੱਕ ਰਿਟ ਪਾਈ ਹੈ ਕਿ ਸਿੱਖਾਂ ਦਾ ਇਹ ਅਧਿਕਾਰ ਖੋਹ ਲਿਆ ਜਾਵੇ ਜੀ। ਤਾਂ ਉਹਦੇ ਪ੍ਰਤੀਕਰਮ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਿਹੜਾ ਸੰਵਿਧਾਨ ਨੇ ਸਾਨੂੰ ਹੱਕ ਦਿੱਤਾ ਹੈ, ਪਹਿਲਾਂ ਤਾਂ ਮੇਰਾ ਹੱਕ ਜਿਹੜਾ ਹੈ 99 'ਚ ਉਹ ਖੋਹ ਲਿਆ ਕਿ ਮੈਂ ਕਿਰਪਾਨ ਲੈ ਕੇ ਵੀ ਜਾ ਸਕਦਾ ਸੀ ਅੰਦਰ ਤੇ ਨਹੀਂ ਲਿਜਾਣ ਦਿੱਤੀ, ਅੱਜ ਵੀ ਨਹੀਂ ਲਿਜਾਣ ਦਿੰਦੇ ਸਾਨੂੰ। ਪਰ ਇਹ ਜਿਹੜਾ ਨਵੀਂ ਰਿਟ ਕੀਤੀ ਹੈ ਉਹਦੇ ਵਿੱਚ ਤਾਂ ਉਹ ਸਾਡੀ ਛੋਟੀ ਕਿਰਪਾਨ ਦੇ ਉੱਤੇ ਵੀ ਪਾਬੰਦੀ ਲਾਉਣ ਦੀ ਗੱਲ ਕਰਦਾ ਹੈ
ਤੇ ਉਹ ਕਹਿੰਦੇ ਜੇਕਰ ਮਤਸਵੀ ਇੰਨਾ ਇਹ ਦੇਸ਼ ਹੋ ਗਿਆ ਹੈ, ਇਸ ਦੇਸ਼ ਦੇ ਲੋਕ ਜਾ ਕੇ ਕੋਰਟਾਂ ਦੇ ਵਿੱਚ ਗੱਲਾਂ ਕਰਨ ਲੱਗ ਗਏ ਨੇ, ਜਾਂ ਇਹ ਮੇਰਾ ਭਰਾ ਡਿਬੇਟ ਵਿੱਚ ਵੀ ਸਾਡੇ ਪ੍ਰਧਾਨ ਸਾਹਿਬ ਨੂੰ ਅਨਪੜ੍ਹ ਕਹਿ ਕੇ ਆਪ ਖੁਸ਼ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਾਡੇ ਸਾਰੇ ਸੰਵਿਧਾਨਕ ਹੱਕ ਖੋਲੋਗੇ। ਤਾਂ ਜੇਕਰ ਸਾਡੀ ਕਿਰਪਾਨ ਤੋਂ ਇੰਨੀ ਤਕਲੀਫ ਹੈ ਜੀ, ਜੇ ਕੱਲ ਕੋਈ ਸਿੱਖ ਇਹ ਕਹਿ ਦੇਵੇ, ਸਿਮਰਨਜੀਤ ਸਿੰਘ ਮਾਨ ਕਹਿ ਦੇਵੇ, ਪ੍ਰੋਫੈਸਰ ਮਹਿੰਦਰਪਾਲ ਕਹਿ ਦੇਵੇ, ਜਾਂ ਕੋਈ ਇਹ ਕਹਿ ਦੇਵੇ ਕਿ ਜੇ ਕਿਰਪਾਨ ਲਾਉਣੀ ਹੈ ਤਾਂ ਫਿਰ ਜਨੇਊ ਵੀ ਲਾਓ, ਕਿਉਂਕਿ ਚਾਈਨਾ ਡੋਰ ਦੀਆਂ ਖਬਰਾਂ ਤਾਂ ਅੱਜ ਰੋਜ਼ ਆ ਰਹੀਆਂ ਨੇ ਅਖਬਾਰਾਂ ਵਿੱਚ ਕਿ ਉਹਦਾ ਗਲਾ ਕੱਟਿਆ ਗਿਆ, ਉਹਦੀ ਮੌਤ ਹੋ ਗਈ। ਇਹ ਚਾਈਨਾ ਡੋਰ ਇੰਨੀ ਸਖਤ ਹੈਗੀ ਹੈ, ਫਿਰ ਉਹਦਾ ਕੋਈ ਜਨੇਊ ਪਾ ਕੇ ਕਿਉਂ ਨਹੀਂ ਜਾ ਸਕਦਾ? ਉਹ ਇੱਕ ਸਵਾਲ ਖੜਾ ਕੀਤਾ ਉਹਨਾਂ ਨੇ। ਜੀ ਜੀ, ਭਾਰਦਵਾਜ ਸਾਹਿਬ ਜਵਾਬ ਦੇ ਦਿਓ। ਗੱਲ ਕ੍ਰਾਈਮ ਪ੍ਰਵਿਰਤੀ ਦੀ ਹੋ ਰਹੀ ਹੈ ਦਰਅਸਲ, ਵੀ ਜੇ ਕਿਸੇ ਨੇ ਕਿਸੇ ਜੁਰਮ ਦੀ ਵਾਰਦਾਤ ਨੂੰ ਅੰਜਾਮ ਦੇਣਾ ਹੈ ਤਾਂ ਫਿਰ ਉਹ ਕੋਈ ਵੀ ਤਰੀਕਾ ਵਰਤ ਸਕਦਾ ਹੈ। ਇਹ ਗੱਲ ਹੈ। ਨਹੀਂ, ਮੈਂ ਫਿਰ ਉਸੇ ਗੱਲ ਤੇ ਕਹਾਂਗਾ, ਪੜ੍ਹੇ ਲਿਖੇ ਦੀ ਇਹ ਵੀ ਪ੍ਰੋਫੈਸਰ ਸਾਹਿਬ ਹੈ, ਇਹ ਪ੍ਰੋਫੈਸਰ ਸਾਹਿਬ ਵੀ ਉਹੀ ਗੱਲ ਕਰਦੇ ਪਏ, ਜਿਹੜੇ ਅਨਪੜ੍ਹ ਬੰਦੇ ਜਿਸ ਤਰ੍ਹਾਂ ਗੱਲ ਕਰਦੇ ਆ। ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਇਹ ਗੱਲ ਕਹੀ ਹੈ, ਜਨੇਊ ਦੀ ਤੁਲਨਾ ਜਿਹੜੀ ਇਹਨਾਂ ਨੇ ਸੰਵਿਧਾਨ 25 ਦੀ ਗੱਲ ਕਰਦੇ ਪਏ ਹੈ, ਕਨਸਟੀਟਿਊਸ਼ਨ ਦੇ ਵਿੱਚ ਭੀਮਰਾਓ ਅੰਬੇਡਕਰ ਨੇ ਜਿਹੜੀ ਜਿਸ ਚੀਜ਼ ਦੀ ਇਜਾਜ਼ਤ ਦੇਣ ਵਾਸਤੇ ਗੱਲ ਕੀਤੀ ਹੈ ਉਹ ਗਾਤਰਾ ਹੈ। ਗਾਤਰੇ ਦੀ ਗੱਲ ਹੀ ਕਰ ਰਹੇ ਆ ਇਹ। ਇਹ ਗਾਤਰੇ ਦੀ ਗੱਲ ਨਹੀਂ ਕਰਦੇ ਪਏ, ਇਹ ਕਿਰਪਾਨ ਦੀ ਗੱਲ ਕਰਦੇ ਪਏ। ਇਹ ਗਾਤਰੇ ਨਹੀਂ ਭਾਰਦਵਾਜ ਸਾਹਿਬ, ਤੁਸੀਂ ਗਲਤ ਸਮਝ ਰਹੇ। ਇਹ ਗਾਤਰੇ ਦੀ ਗੱਲ, ਇਹ ਜਿਹੜੀ ਇੱਕ ਸੈਕਿੰਡ ਮੇਰੀ ਗੱਲ ਸੁਣੋ, ਇਹ ਜਿਹੜੀ ਜਹਾਜ਼ ਦੇ ਵਿੱਚ ਪਾ ਕੇ ਜਾਣ ਦੀ ਇਜਾਜ਼ਤ ਦੀ ਗੱਲ ਕਰ ਰਹੇ ਆ, ਉਹ ਗਾਤਰੇ ਦੀ ਗੱਲ ਕਰ ਰਹੇ ਆ। ਉਹ ਛੋਟੀ ਕਿਰਪਾਨ ਉਸ ਨੂੰ ਕਿਹਾ ਜਾਂਦਾ ਹੈ, ਗਾਤਰੇ ਨੂੰ। ਇਹ ਜਹਾਜ਼ ਦੀ ਗੱਲ ਕਰਦੇ ਪਏ ਆ ਨਾ। ਸਿਮਰਨਜੀਤ ਸਿੰਘ ਮਾਨ ਜਿਸ ਕਿਰਪਾਨ ਦੀ ਗੱਲ ਕਰਦਾ ਪਿਆ ਨਾ, ਮੈਂ ਉਸ ਕਿਰਪਾਨ ਦੀ ਗੱਲ ਕਰਦਾ। ਉਹ ਇਹਨਾਂ ਨੇ ਇਸ ਵੇਲੇ ਉਹ ਆਪਣਾ ਇਸ਼ੂ ਨਹੀਂ ਹੈ ਲੋਕ ਸਭਾ ਦੇ ਵਿੱਚ ਲਿਜਾਣਾ ਜਾਂ ਨਹੀਂ ਲਿਜਾਣਾ, ਇਸ਼ੂ ਇਹ ਹੈ ਕਿ ਜਹਾਜ਼ ਦੇ ਵਿੱਚ ਜਿਹੜੀ ਗਾਤਰਾ ਪਾ ਕੇ ਜਾਣ ਦੀ ਇਜਾਜ਼ਤ ਹੈ ਉਸ ਨੂੰ ਲੈ ਕੇ ਪਟੀਸ਼ਨ ਪਾਈ ਗਈ ਹੈ। ਨਹੀਂ, ਉਸਦੇ ਵਾਸਤੇ ਸਾਡੇ ਵੱਲੋਂ ਕੋਈ ਵਿਰੋਧ ਨਹੀਂ ਹੈ, ਬਿਲਕੁਲ ਹੀ ਵਿਰੋਧ ਨਹੀਂ ਹੈ ਵੀ ਅਗਰ ਗਾਤਰਾ ਪਾ ਕੇ ਜਹਾਜ਼ ਦੇ ਵਿੱਚ ਜਾਂਦਾ ਹੈ। ਅਸੀਂ ਐਜ਼ ਏ ਹਿੰਦੂ ਮੈਂ ਗੱਲ ਕਰਦਾ ਪਿਆ। ਜਿਹੜੀ ਕਿਰਪਾਨ ਦੀ ਗੱਲ ਸਿਮਰਨਜੀਤ ਸਿੰਘ ਮਾਨ ਕਰਦਾ ਪਿਆ, ਮੈਨੂੰ ਉਹ ਕਿਰਪਾਨ ਨਹੀਂ ਲੈ ਕੇ ਜਾਣ ਦਿੰਦੇ ਪਏ, ਉਹ ਲੋਕਾਂ ਨੂੰ ਭੜਕਾ ਰਿਹਾ। ਔਰ ਇਹ ਵੀ ਪ੍ਰੋਫੈਸਰ ਸਾਹਿਬ ਵੀ ਜਿਹੜੀ ਚਾਈਨਾ ਡੋਰ ਦੀ ਤੁਲਨਾ ਕਰਦੇ ਪਏ ਹੈ ਇਹਦੇ ਨਾਲ, ਜਨੇਊ ਦੇ ਨਾਲ, ਇਹ ਵੀ ਬੜੀ ਸ਼ਰਮ ਦੀ ਗੱਲ ਹੈ। ਇਹ ਵੀ ਬੜੀ ਸ਼ਰਮ ਦੀ ਗੱਲ ਹੈ। ਚਾਈਨਾ ਡੋਰ ਦੀ ਤੁਸੀਂ ਕੱਲ ਨੂੰ ਜਨੇਊ ਦੀ ਤੁਲਨਾ ਤੁਸੀਂ ਲੋਹੇ ਦੀ ਤਾਰ ਦੇ ਨਾਲ ਵੀ ਕਰ ਸਕਦੇ ਹੋ। ਉਹਨਾਂ ਨੇ ਮੈਂ ਥੋੜਾ ਜਿਹਾ ਹੋਰ ਕਲੈਰੀਫਾਈ ਕਰ ਦਿੰਨਾ ਜੀ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਬਿਆਨ ਨੂੰ। ਉਹਨਾਂ ਨੇ ਇਹ ਕਿਹਾ ਵੀ ਜੇ ਕੋਈ ਵਿਅਕਤੀ ਜਿਸ ਦੀ ਜੁਰਮ ਵਾਲੀ ਪ੍ਰਵਿਰਤੀ ਹੈ, ਜਿਸ ਨੇ ਕਿਸੇ ਐਸੀ ਘਟਨਾ ਨੂੰ ਅੰਜਾਮ ਦੇਣਾ ਹੈ ਜੋ ਸੋਚ ਕੇ ਗਿਆ ਹੈ, ਤਾਂ ਫਿਰ ਉਹ ਭਾਵੇਂ ਕਿਰਪਾਨ ਹੋਵੇ ਤੇ ਭਾਵੇਂ ਕੋਈ ਫਿਰ ਉਹ ਇਸ ਤਰੀਕੇ ਨਾਲ ਜਨੇਊ ਬੁਣ ਕੇ ਲੈ ਜਾਵੇ ਚਾਈਨਾ ਡੋਰ ਦਾ ਕਿ ਜੇ ਉਸਨੇ ਕਿਸੇ ਐਸੀ ਘਟਨਾ ਨੂੰ ਅੰਜਾਮ ਦੇਣਾ ਤਾਂ ਉਹ ਵੀ ਦਿੱਤਾ ਜਾ ਸਕਦਾ ਹੈ। ਇਹ ਸੰਦਰਭ ਸੀ ਉਹਨਾਂ ਦੇ ਬਿਆਨ ਦਾ। ਇਹ ਤਾਂ ਪਰਦਾ ਪਾਉਣ ਵਾਲੀਆਂ ਗੱਲਾਂ ਹੈ, ਇਹ ਪਰਦਾ ਪਾਉਣ ਵਾਲੀਆਂ ਗੱਲਾਂ ਹੈ, ਇਹ ਗੁੰਮਰਾਹ ਕਰਨ ਵਾਲੀਆਂ ਗੱਲਾਂ ਹੈ। ਵੀ ਜਿਹਨੇ ਜੁਰਮ ਕਰਨਾ ਚਾਈਨਾ ਡੋਰ ਵੀ ਲੈ ਕੇ ਜਾ ਸਕਦਾ, ਉਹ ਪਤਲੀ ਜੀ ਲੋਹੇ ਦੀ ਤਾਰ ਵੀ ਲੈ ਕੇ ਜਾ ਸਕਦਾ। ਇਹ ਗੱਲਾਂ ਗੁੰਮਰਾਹ ਕਰਨ ਵਾਲੀਆਂ ਗੱਲਾਂ ਹੈ। ਇਹਦੀ ਜਿਹੜੀ ਤੁਲਨਾ ਹੈ ਨਾ, ਨਹੀਂ ਕਿਹਾ ਜਾ ਸਕਦਾ। ਚਾਈਨਾ ਡੋਰ ਨੂੰ ਧਾਗਾ ਕਿਹਾ ਜਾਂਦਾ ਹੈ, ਲੋਹੇ ਦੀ ਤਾਰ ਨੂੰ ਧਾਗਾ ਨਹੀਂ ਕਿਹਾ ਜਾ ਸਕਦਾ। ਤੁਸੀਂ ਜਨੇਊ ਨੂੰ ਧਾਗਾ ਨਹੀਂ ਕਹਿ ਸਕਦੇ ਜੀ। ਜਨੇਊ ਧਾਗਾ ਨਹੀਂ ਹੈ, ਜਨੇਊ ਹੈ। ਜਿਸ ਤਰ੍ਹਾਂ ਗਾਤਰੇ ਨੂੰ ਗਾਤਰਾ ਕਿਹਾ ਜਾਂਦਾ ਹੈ, ਇਸ ਤਰੀਕੇ ਨਾਲ ਜਨੇਊ ਹੈ। ਧਾਗੇ ਤੋਂ ਹੀ ਜਨੇਊ ਬਣਦਾ ਜੀ। ਨਾ ਜੀ, ਜਨੇਊ ਧਾਗੇ ਤੋਂ ਜਨੇਊ ਨਹੀਂ ਬਣਦਾ, ਗਾਤਰੇ ਤੋਂ ਵੀ ਧਾਗੇ ਤੋਂ ਹੀ ਗਾਤਰਾ ਬਣਦਾ। ਜਿਹੜਾ ਗਾਤਰਾ ਵੀ ਹੈ ਨਾ, ਜਿਹੜਾ ਤੁਸੀਂ ਗਲੇ 'ਚ ਪਾਉਂਗੇ, ਗਾਤਰਾ ਪਾਉਂਗੇ, ਤੁਸੀਂ ਜੇਬ 'ਚ ਰੱਖ ਕੇ ਤੁਸੀਂ ਗਾਤਰਾ ਤੁਸੀਂ ਜੇਬ 'ਚ ਰੱਖ ਕੇ ਨਹੀਂ ਜਾ ਸਕਦੇ। ਇਹ ਮੈਂ ਮੰਨਦਾ ਕਿ ਧਾਗੇ ਤੋਂ ਹੀ ਗਾਤਰਾ ਬਣਦਾ, ਪਰ ਜਿਹੜੀ ਗੱਲ ਮੈਂ ਥੋੜਾ ਜਿਹਾ ਇਸ ਚੀਜ਼ ਨੂੰ ਹੋਰ ਪ੍ਰੋਫੈਸਰ ਸਾਹਿਬ ਐਲੈਬੋਰੇਟ ਕਰ ਦਿੰਨਾ। ਫਿਰ ਤੇ ਟਾਈ ਲਾਉਣ ਦੀ ਵੀ ਮਨਾਹੀ ਹੋ ਸਕਦੀ ਹੈ। ਫਿਰ ਤੇ ਕੱਲ ਨੂੰ ਕੋਈ ਜਹਾਜ਼ 'ਚ ਟਾਈ ਲਾ ਕੇ ਬੈਠੂਗਾ, ਫਿਰ ਉਹਦੇ ਨਾਲ ਵੀ ਗਲਾ ਕੁੱਟਿਆ ਜਾ। ਫਿਰ ਤੇ ਸਾਰੀਆਂ ਉਹ ਤਾਂ ਮੇਰੇ ਭਰਾ ਸੋਚਣ ਨਾ, ਜਿਨ੍ਹਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ, ਅਸੀਂ ਤਾਂ ਉਹਨਾਂ ਦੀ ਗੱਲ ਕਰ ਰਹੇ ਹਾਂ। ਸਾਡੇ ਨਾਲ ਨਹੀਂ ਪਟੀਸ਼ਨ ਪਾਈ ਹੈ, ਤੁਸੀਂ ਪਟੀਸ਼ਨ ਦਾ ਜਵਾਬ ਪਟੀਸ਼ਨ ਨਾ ਦਿਓ, ਉਹਦੀ ਜਨੇਊ ਨਾਲ ਤੁਲਨਾ ਨਾ ਕਰੋ। ਜਨੇਊ ਨਾਲ ਤੁਲਨਾ ਜਨੇਊ ਦੇ ਨਾਲ ਤੁਲਨਾ ਕਰਨ ਦਾ ਮਤਲਬ ਹੈ ਕਿ ਤੁਸੀਂ ਹਿੰਦੂਆਂ ਨਾਲ ਨਫ਼ਰਤ ਕਰਦੇ ਹੋ। ਦੇਖੋ, ਇਹ ਤਾਂ ਪ੍ਰਵਿਰਤੀ ਦੀ ਉਦਾਹਰਨ ਹੈ, ਜਿਹਨੇ ਉਦਾਹਰਨ ਨਹੀਂ ਦਿੱਤੀ ਜਾ ਸਕਦੀ ਇਸ ਤਰ੍ਹਾਂ ਦੀ। ਗਲਤ ਉਦਾਹਰਨ ਨਹੀਂ ਦਿੱਤੀ ਜਾ ਸਕਦੀ। ਗਲਤ ਉਦਾਹਰਨ ਦੇ ਕੇ ਤੁਸੀਂ ਹਿੰਦੂਆਂ ਦੇ ਨਾਲ ਹਿੰਦੂਆਂ ਨੂੰ ਟਾਰਗੇਟ ਕਰਨਾ, ਜਿੱਦਾਂ ਹੁਣ ਵਿਜੇਪਾਲ ਜੀ ਨੇ ਕਿਹਾ। ਕੱਲ ਨੂੰ ਤੁਸੀਂ 28 ਦੀ ਤੁਲਨਾ ਕਰ ਦੋਗੇ, ਈਸਾਈਆਂ ਨੂੰ ਕਹਿਣਾ ਸ਼ੁਰੂ ਕਰ ਦੋਗੇ।
ਤੇ ਉਹਨਾਂ ਨੂੰ ਕਹਿ ਦਿਓ। ਕਿਉਂਕਿ ਆਪਣਾ ਜਿਹੜਾ ਗੱਲ ਕਰਨ ਦਾ ਮਕਸਦ ਹੈ ਉਹ ਪੈਸੇਂਜਰਸ ਦੀ ਸੁਰੱਖਿਆ ਦੇ ਨਾਲ ਜੁੜੇ ਮਾਮਲੇ ਤੇ ਗੱਲ ਕਰਨ ਦਾ ਮਕਸਦ ਹੈ ਕਿ ਉਹਨਾਂ ਚੀਜ਼ਾਂ ਨੂੰ ਲੈ ਕੇ ਸਵਾਲ ਉੱਠਦੇ ਨੇ। ਅਨਿਲ ਸਰੀਨ ਜੀ ਸਾਡੇ ਨਾਲ ਜੁੜ ਗਏ ਨੇ ਬੀਜੇਪੀ ਤੋਂ। ਸਰੀਨ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਜਿਹੜੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਈ ਕਿ ਗਾਤਰਾ ਪਾ ਕੇ ਇਜਾਜ਼ਤ ਨਹੀਂ ਦੇਣੀ ਚਾਹੀਦੀ ਹਵਾਈ ਜਹਾਜ਼ 'ਚ ਸਫ਼ਰ ਕਰਨ ਦੀ, ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਬਿਆਨ ਆਇਆ ਹੈ। ਸਿੰਘ ਮਾਨ ਦੇ ਸਟੇਟਮੈਂਟ ਨੂੰ ਤੁਹਾਡੇ ਵਰਗੇ ਰਿਪਿਊਟਡ ਚੈਨਲ ਨੂੰ ਚਲਾਉਣਾ ਚਾਹੀਦਾ। ਚਲੋ ਜੀ, ਉਹ ਤਾਂ ਸਟੇਟਮੈਂਟ ਕਿਸੇ ਦੀ ਵੀ ਜਿਹੜੀ ਆਉਂਦੀ ਹੈ ਅਸੀਂ ਤਾਂ ਉਹਦਾ ਜਵਾਬ ਲੈ ਰਹੇ ਹਾਂ ਨਾ ਜੀ। ਉਹ ਤੇ ਹੁਣ ਕੀ ਚੱਲਣਾ ਹੈ ਕੀ ਨਹੀਂ ਚੱਲਣਾ, ਉਹ ਇੱਕ ਐਡੀਟੋਰੀਅਲ ਡਿਸੀਜਨ ਹੁੰਦੇ ਆ, ਉਹਦੇ ਚ ਨਹੀਂ ਮੈਂ ਉਹਦਾ ਗੱਲ ਕਰ ਰਿਹਾ ਬਿਕੋਜ਼ ਐਮਪੀ ਨੇ, ਚੁਣੇ ਹੋਏ ਐਮਪੀ ਨੇ ਹਮੇਸ਼ਾ ਉਹ ਗੱਲ ਕਰਨੀ ਹੈ ਜਿਹਦੇ ਨਾਲ ਕੰਟਰੋਵਰਸੀ ਵਧੇ ਔਰ ਉਹਨਾਂ ਦਾ ਨਾਮ ਪਬਲਿਸਿਟੀ ਚ ਆਵੇ, ਲਾਈਮਲਾਈਟ ਚ ਆਵੇ। ਹੀ ਸ਼ੁੱਡ ਨਾਟ ਬੀ ਟੇਕਨ ਸੀਰੀਅਸਲੀ। ਉਹਦਾ ਕੰਮ ਹੀ ਇਹ ਹੈਗਾ ਸਿਮਰਨਜੀਤ ਸਿੰਘ ਮਾਨ ਦਾ ਕਿ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਵੱਖਵਾਦ ਦੀ ਨੀਤੀ ਨੂੰ ਅੱਗੇ ਲੈ ਕੇ ਜਾਣਾ ਜੀ। ਔਰ ਬੜਾ ਮਨ ਨੂੰ ਦੁੱਖ ਹੁੰਦਾ ਜਿਸ ਤਰ੍ਹਾਂ ਦੇ ਉਦਾਹਰਨ ਤੁਸੀਂ ਹੁਣ ਗੱਲ ਕਰ ਰਹੇ ਹੋ ਜਿਵੇਂ ਉਹਦੇ ਨਾਲ ਜੀ ਉਹ ਹੋ ਜਾਏਗਾ। ਬਈ ਕਿਆ ਕਰ ਰਹੇ ਹੋ ਤੁਸੀਂ? ਆਪਾਂ ਗਾਤਰਾ ਪਾ ਕੇ ਜਾਂਦੇ ਸਾਰੇ ਮਾਨ ਸਨਮਾਨ ਨਾਲ ਗੁਰੂ ਮਹਾਰਾਜ ਜੀ ਦਾ ਉਹ ਬਖਸ਼ਿਸ਼ ਹੈਗੀ ਆ, ਉਸਨੂੰ ਕਰਦੇ ਹੈਗੇ ਆ। ਇਸ ਤਰ੍ਹਾਂ ਹਿੰਦੂ ਧਰਮ ਦੇ ਜਿਹੜੇ ਜਨੇਊ ਹੈਗਾ ਉਹਦਾ ਇੱਕ ਆਪਾਂ ਮਾਨ ਸਨਮਾਨ ਕਰਦੇ ਆ। ਆਪਾਂ ਕਿਉਂ ਆਪਾਂ ਇੱਕ ਦੂਜੇ ਦੇ ਪ੍ਰੋਫੈਸਰ ਸਾਹਿਬ, ਹਾਂ ਠੀਕ ਹੈ ਤੁਹਾਡੀ ਗੱਲ ਪ੍ਰੋਫੈਸਰ ਸਾਹਿਬ, ਕਹਿਣ ਦਾ ਮਤਲਬ ਇਹ ਹੈ ਵੀ ਤੁਲਨਾ ਨਹੀਂ ਕਰਨੀ। ਜੀ ਇੱਕ ਮਿੰਟ ਮੈਨੂੰ ਗੱਲ ਪੂਰੀ ਕਰ ਲਓ। ਜੀ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਸਾਰੇ ਧਰਮਾਂ ਦਾ ਇੱਕ ਦੂਜੇ ਦਾ ਸਨਮਾਨ ਕਰਨਾ ਚਾਹੀਦਾ। ਇਹ ਤੇ ਐਵੇਂ ਹਰ ਗੱਲ ਦੇ ਤੁਸੀਂ ਹਰ 15 ਦਿਨ ਬਾਅਦ ਇਹੋ ਜਿਹੀ ਸਟੇਟਮੈਂਟ ਦਿੰਦੀ ਜਿਹੜੀ ਕੰਟਰੋਵਰਸੀ ਸ਼ੁਰੂ ਹੋ ਜਾਏ ਪੰਜਾਬ ਦੇ ਵਿੱਚ। ਜੀ ਪ੍ਰੋਫੈਸਰ ਸਾਹਿਬ ਵੱਖਵਾਦ ਵਾਲੀ ਗੱਲਾਂ ਕਰਦੇ ਨੇ। ਬੜੇ ਮਨ ਨੂੰ ਦੁੱਖ ਹੁੰਦਾ ਕਿ ਇਹੋ ਜਿਹਾ ਮੈਂਬਰ ਆਫ ਪਾਰਲੀਮੈਂਟ ਪੰਜਾਬ ਤੋਂ ਚੁਣ ਕੇ ਚਲੇ ਗਿਆ ਜਿਹੜਾ ਪੰਜਾਬ ਨੂੰ ਅੱਗ ਦੇ ਝੋਂਕਣਾ ਚਾਹੁੰਦਾ ਹੈਗਾ। ਜੀ ਪ੍ਰੋਫੈਸਰ ਸਾਹਿਬ ਜਵਾਬ ਦੇ ਦਿਓ ਜ਼ਰਾ। ਹਾਂ, ਮੈਂ ਇਹ ਗੱਲ ਕਹਿਣਾ ਕਿ ਜਿਹੜੇ ਮੇਰੇ ਬੀਜੇਪੀ ਵਾਲੇ ਵੀਰ ਜਾਂ ਮੇਰੇ ਪਹਿਲੇ ਵੀਰ ਬੋਲ ਰਹੇ ਸੀ, ਉਹ ਸਿਮਰਨਜੀਤ ਸਿੰਘ ਮਾਨ ਦੀ ਸਾਰੀ ਅੱਜ ਦੀ ਕਹੀ ਹੋਈ ਸਟੇਟਮੈਂਟ ਕਿਉਂ ਨਹੀਂ ਬੋਲਦੇ? ਉਹਨਾਂ ਨੇ ਇਹ ਗੱਲ ਕਹੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਡਿਨਾਈ ਕਰਤਾ ਕਿ ਅਸੀਂ ਜਨੇਊ ਨਹੀਂ ਪਹਿਨਦੇ, ਪਰ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਜਨੇਊ ਦੇ ਸਨਮਾਨ ਕਰਕੇ ਜਿਹੜਾ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਔਰੰਗਜ਼ੇਬ ਵੱਲੋਂ ਹੋ ਰਹੀ ਸੀ ਉਹਦੇ ਕਰਕੇ ਆਪਣੀ ਸ਼ਹਾਦਤ ਵੀ ਦੇਤੀ ਜੀ। ਫਿਰ ਅਸੀਂ ਉਹਦਾ ਸਨਮਾਨ ਜੇ ਨਹੀਂ ਕਰਦੇ ਫਿਰ ਇਹ ਸਟੇਟਮੈਂਟ ਦੇਣ ਦੀ ਕੀ ਲੋੜ ਸੀ ਸਾਨੂੰ ਅੱਜ? ਉਸੇ ਕਰਕੇ ਤੇ ਇਹ ਗੱਲਬਾਤ ਹੋ ਰਹੀ ਹੈ ਨਾ ਪ੍ਰੋਫੈਸਰ ਸਾਹਿਬ ਕਿ ਇਹਨਾਂ ਚੀਜ਼ਾਂ ਦੀ ਤੁਲਨਾ ਜਿਹੜੀ ਹੈ ਉਹ ਨਹੀਂ ਕਰਨੀ ਚਾਹੀਦੀ। ਕੋਰਟ ਦੇ ਕੇਸਿਸ ਨੇ ਉਹਨਾਂ ਨੂੰ ਉਸੇ ਤਰੀਕੇ ਨਾਲ ਡੀਲ ਕਰਨਾ ਚਾਹੀਦਾ। ਨਹੀਂ ਜੇਕਰ ਕੋਰਟ ਦੇ ਕੇਸਿਸ ਨੇ ਤਾਂ ਉਹਦਾ ਕਿਸੇ ਨੇ ਜਵਾਬ ਤਾਂ ਦੇਣਾ ਨਾ। ਉਹ ਜਿਹੜਾ ਜਵਾਬ ਦਊਗਾ, ਕੋਰਟ ਵਿੱਚ ਵੀ ਇਹ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ। ਜੇ ਕੋਰਟ ਵਿੱਚ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ ਤਾਂ ਕਿਉਂ ਨਹੀਂ ਪੋਲੀਟੀਕਲ ਸਟੇਟਮੈਂਟ ਦੇ ਵਿੱਚ ਇਹ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ? ਤੁਸੀਂ ਬੜੇ ਸਿਆਣੇ ਬੰਦੇ ਹੋ, ਇਹੋ ਜਿਹੀ ਗੱਲਾਂ ਕਰਦੇ ਕਿਉਂ ਪੰਜਾਬ ਨੂੰ ਅੱਗ ਚ ਲਾਉਂਦੇ ਪਏ ਹੋ? ਦੇਖੋ ਬਹੁਤ ਸਿਆਣੇ ਬੰਦੇ ਹੋ, ਕਿਉਂ ਇਹੋ ਜਿਹੀ ਚੀਜ਼ਾਂ ਕਰਦੇ? ਆਪਾਂ ਇੱਕ ਦੂਜੇ ਧਰਮ ਨੂੰ ਨੀਚਾ ਦਿਖਾਉਣ ਦੀ ਕਿਉਂ ਕੋਸ਼ਿਸ਼ ਕਰਦੇ ਆ? ਇਹ ਤੁਸੀਂ ਕਹੀ ਜਾਓਗੇ ਇਹ ਉਹੀ ਬੀਜੇਪੀ ਹੈ, ਇਹ ਉਹੀ ਕਾਂਗਰਸ ਹੈ ਜਿਹੜੀ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਵੀ ਬਾਹਰ ਲੱਡੂ ਵੰਡ ਰਹੀ ਹੈ। ਹਰਬੰਸ ਲਾਲ ਖੰਨਾ ਇਹਨਾਂ ਦਾ ਬੰਦਾ ਸੀ ਜਿਹੜਾ ਦਰਬਾਰ ਸਾਹਿਬ ਦਾ ਮਾਡਲ ਤੋੜਦਾ। ਤੁਸੀਂ ਤੇ ਕਤਲੇਆਮ ਕਰਦੇ ਰਹੇ ਦਰਬਾਰ ਸਾਹਿਬ ਦਾ ਮਾਡਲ ਤੋੜਦਾ। ਮੈਨੂੰ ਇਹ ਦੱਸੋ ਬੀਜੇਪੀ ਬੋਲ ਰਹੀ ਹੈ। ਪ੍ਰੋਫੈਸਰ ਸਾਹਿਬ ਸੁਣ ਲਓ, ਸਿਮਰਨਜੀਤ ਸਿੰਘ ਮਾਨ ਨੇ 1979 ਚ ਸਮਝ ਨਹੀਂ ਆਉਣੀ ਸ਼ੋਰ ਸ਼ਰਾਬੇ ਸਮਝ ਨਹੀਂ ਜੀ। ਇਹਨਾਂ ਨੂੰ ਸਿਮਰਨਜੀਤ ਸਿੰਘ ਮਾਨ ਤੋਂ ਚਿੜ ਤਾਂ ਹੈ ਕਿਉਂਕਿ ਉਹ ਇਹਨਾਂ ਨੂੰ ਠੋਕਮਾ ਜਵਾਬ ਦਿੰਦੇ ਨੇ। ਇਹ ਉਹੀ ਹਰਬੰਸ ਲਾਲ ਖੰਨੇ ਵਾਲੀ ਬੀਜੇਪੀ ਹੈ ਜਿਹਨੇ ਦਰਬਾਰ ਸਾਹਿਬ ਦਾ ਮਾਡਲ ਤੋੜਿਆ ਸੀ। ਇਹਨਾਂ ਨੇ ਕਦੇ ਹਰਬੰਸ ਲਾਲ ਖੰਨੇ ਨੂੰ ਕੰਡੈਮ ਕੀਤਾ? ਇਹਨਾਂ ਨੇ ਕਦੇ ਹਰਬੰਸ ਲਾਲ ਖੰਨੇ ਨੂੰ ਕੰਡੈਮ ਕੀਤਾ? ਬੀਜੇਪੀ ਦਾ ਪ੍ਰਧਾਨ ਸੀ ਪੰਜਾਬ ਅੰਮ੍ਰਿਤਸਰ ਦਾ। ਸਰੀਨ ਸਾਹਿਬ ਤੋਂ ਜਵਾਬ ਲੈ ਲਈ। ਸਰੀਨ ਸਾਹਿਬ ਜਵਾਬ ਦਿਓ। ਮੈਨੂੰ ਇਹਨਾਂ ਨੂੰ ਇਹ ਪੁੱਛ ਲਓ 1979 ਦੇ ਵਿੱਚ ਜਿਹੜਾ ਕਤਲੇਆਮ ਕੀਤਾ ਸੀਗਾ ਨਿਹੰਗਾਂ ਦਾ, ਜਦੋਂ ਐਸਐਸਪੀ ਸੀਗਾ ਸਿਮਰਜੀਤ ਸਿੰਘ ਮਾਨ, ਉਦੋਂ ਇਹਨੂੰ ਸਿੱਖੀ ਚੇਤੇ ਨਹੀਂ ਆਈ? ਫਿਰ ਕੇਸ ਕਿਉਂ? ਫਿਰ ਤੁਹਾਡੀ ਬੀਜੇਪੀ ਆਪਣਾ ਬਾਦਲ ਦੇ ਨਾਲ ਸਰਕਾਰ ਰਹੀ ਹੈ 10 ਸਾਲ, ਤੁਸੀਂ ਬਾਦਲ ਦੇ ਨਾਲ ਸਰਕਾਰ ਬਣਾ ਕੇ ਰੱਖੀ ਹੈ। ਤੁਸੀਂ ਬਾਦਲ ਨਾਲ ਸਰਕਾਰ ਬਣਾ ਕੇ ਰੱਖੀ ਹੈ 10 ਸਾਲ, ਤੁਸੀਂ ਕੇਸ ਕਿਉਂ ਨਹੀਂ ਕੀਤਾ? ਤੁਸੀਂ ਕਿਉਂ ਗਏ? ਤੁਸੀਂ ਕਿਉਂ ਲੋਕਾਂ ਨੂੰ ਰਿਪਰੈਜ਼ੈਂਟ ਨਹੀਂ ਕੀਤਾ? ਉਹ ਤੁਹਾਡਾ ਕੰਮ ਇੱਕੋ ਹੀ ਹੈਗਾ, ਪੰਜਾਬ ਦਾ ਮਾਹੌਲ ਖਰਾਬ ਕਰਨਾ। ਤੁਸੀਂ ਆਪਣਾ ਜਵਾਬ ਦਿਓ। ਸਾਡਾ ਫਿਕਰ ਛੱਡੋ, ਮਿਲਦੇ ਆ ਸਾਡਾ ਫਿਕਰ ਛੱਡੋ। ਸ਼ਰੀਨ ਸਾਹਿਬ ਤੁਸੀਂ ਆਪਣਾ ਜਵਾਬ ਦਿਓ। ਜੇ ਤੁਹਾਨੂੰ ਨਿਹੰਗਾਂ ਦੇ ਪੰਜਾਬ ਨੂੰ ਅੱਜ ਦੇ ਵਿੱਚ ਨਾ ਸੋਕੋ ਤਾਂ ਤੁਸੀਂ ਲੋਕਾਂ ਨੇ ਗਲਤੀ ਕਰ ਲਈ। ਇੱਕ ਸੈਕਿੰਡ ਮੈਂ ਬੇੜਾ ਗਰਕ ਨਾ ਕਰੋ। ਭਾਰਦਵਾਜ ਸਾਹਿਬ ਤੁਸੀਂ ਭਾਰਦਵਾਜ ਦੇ ਲੋਕਾਂ ਨੂੰ ਪੁੱਛੋ
ਜਿਨ੍ਹਾਂ ਨੇ ਜਾ ਕੇ ਸਿਮਰਜੀਤ ਸਿੰਘ ਮਾਨ ਨੂੰ ਸਨਮਾਨ ਮੈਂ ਤਾਂ ਕਹਿੰਦਾ ਉਹਨਾਂ ਨੇ ਗਲਤੀ ਕਰ ਲਈ, ਇਹੋ ਜਿਹੇ ਨਿਕੰਮੇ ਬੰਦੇ ਨੂੰ ਐਮਪੀ ਬਣਾ ਲਿਆ। ਹਾਂ ਤੇਰੇ ਜਿਹਨੂੰ ਇਹ ਨਹੀਂ ਪਤਾ ਬੋਲਣਾ ਕੀ ਹੈ। ਤੇਰੇ ਕਹਿਣ ਨਾਲ ਭਾਰਦਵਾਜ ਸਾਹਿਬ, ਪੰਜਾਬ 'ਚ ਅੱਗ ਲੱਗੀ। ਭਾਰਦਵਾਜ ਸਾਹਿਬ ਤੇਰੇ ਸਾਹਮਣੇ ਜਿੱਤਿਆ ਜੀ, ਔਰ ਬੈਠਾ ਪਾਰਲੀਮੈਂਟ 'ਚ ਔਰ ਬੋਲੂਗਾ। ਤੁਸੀਂ ਆਪਣੀ ਗੱਲ ਕਹਿ ਸਕਦੇ। ਇੱਕ ਸੈਕਿੰਡ, ਭਾਰਦਵਾਜ ਜੀ ਕੁਝ ਕਹਿਣਾ ਚਾਹੁੰਦੇ ਨੇ ਜੀ। ਨਹੀਂ ਬਿਲਕੁਲ, ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਸੀਗਾ, ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸੀ, ਇਹ ਲੋਕਾਂ ਨੂੰ ਗੁੰਮਰਾਹ ਕਰਦੇ ਪਏ ਆ ਵੀ ਜਿਸ ਤਰੀਕੇ ਨਾਲ ਇਹ ਭੜਕਾਉਂਦੇ ਪਏ ਆ। ਠੀਕ ਹੈ, ਕਾਂਗਰਸ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀਗਾ, ਕਿਸੇ ਹਿੰਦੂ ਨੇ ਕੋਈ ਸੈਲੀਬ੍ਰੇਸ਼ਨ ਨਹੀਂ ਕੀਤੀ। ਇਹ ਸਿਰਫ ਕੀਤੀ ਹੈ, BJP ਨੇ ਕੀਤੀ ਹੈ, ਨਹੀਂ ਕਰਨੀ ਚਾਹੀਦੀ। ਉਹ ਕਿਹੜੇ ਵੇਲੇ ਕੀਤੀ ਐਵੇਂ ਮੰਨੀ ਜਾਂਦੇ ਹੋ ਤੁਸੀਂ? ਝੂਠ ਬੋਲਦੇ ਕੋਈ ਨਹੀਂਗਾ। ਹਰਬੰਸ ਲਾਲ ਖੰਨਾ ਕੌਣ ਸੀ? ਕਰੀ ਜਾ ਰਿਹਾ ਹਰਬੰਸ ਲਾਲ ਖੰਨਾ ਕੌਣ ਸੀ? ਮੈਨੂੰ ਜਵਾਬ ਦਿਓ। ਨਹੀਂ ਉਹ ਅੰਮ੍ਰਿਤਸਰ ਦਾ ਪ੍ਰਧਾਨ ਸੀ ਜਿਹਨੇ ਦਰਬਾਰ ਸਾਹਿਬ ਦਾ ਮੌਡਲ ਬਣਿਆ। ਉਹਦੇ ਕਿਹੜੇ ਤੁਸੀਂ ਲੱਡੂ ਉਹਨੂੰ ਅਸੀਂ ਤੁਸੀਂ ਕੰਡੈਮ ਕੀਤਾ ਅੱਜ ਤੱਕ? ਝੂਠ ਬੋਲਦੇ ਹੋ, ਸੋਧਣਾ ਪਿਆ। ਕਿਉਂ ਪੰਜਾਬ ਨੂੰ ਅੱਗ ਲਾਉਂਦੇ ਹੋ? ਕਿਉਂ ਹਿੰਦੂ ਸਿੱਖ ਨੂੰ ਵੰਡਦੇ ਹੋ? ਪਿਆ ਉਹ ਨਹੀਂ, ਤੁਹਾਡੇ ਤੋਂ ਵੱਡਾ ਝੂਠ ਕੋਈ ਨਹੀਂ ਬੋਲ ਸਕਦਾ। ਚਲੋ ਕੁੱਲ ਮਿਲਾ ਕੇ ਮੈਂ ਬੜਾ ਸਿੱਧਾ ਸਵਾਲ ਪੁੱਛਦਾ। ਸਰੀਨ ਸਾਹਿਬ, ਤੁਸੀਂ ਇਹ ਤਾਂ ਜਿੱਡੀ ਲੰਬੀ ਕਹਿੰਦੇ ਪੀਣ ਪਾਈ ਜਾਵਾਂਗੇ, ਜਿੱਡਾ ਲੰਬਾ ਉੱਡਾ ਹੀ ਚੱਲੀ ਜਾਊਗਾ। ਬਿਲਕੁਲ ਅਸੀਂ ਜਵਾਬ ਦੇਣ ਜੋਗੇ ਹੈਗੇ ਆ ਜੀ। ਅਸਲ ਦੇ ਵਿੱਚ ਜਵਾਬ ਦੇਣ ਜੋਗੇ, ਤੁਸੀਂ ਮੈਂ ਮਦਦ ਕਰਨ ਜੋਗੇ, ਬਿਲਕੁਲ ਜਵਾਬ ਦੇਣ ਜੋਗੇ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਔਰ ਦੇ ਰਹੇ ਆ ਪਿਛਲੇ 40 ਸਾਲ ਤੋਂ ਦੇ ਰਹੇ ਆ। ਨਹੀਂ, ਮੈਂ ਇਹ ਸਵਾਲ ਪੁੱਛਣਾ ਚਾਹਣਾ ਹੈ ਭਾਰਦਵਾਜ ਸਾਹਿਬ, ਸਰੀਨ ਸਾਹਿਬ, ਤੁਹਾਡੇ ਦੋਨਾਂ, ਚਲੋ ਕੋਰਟ 'ਚ ਮਸਲਾ ਚਲਾ ਗਿਆ ਜਾਂ ਕਿਸੇ ਨੇ ਪਟੀਸ਼ਨ ਪਾਤੀ, ਮਸਲਾ ਉੱਥੇ ਸੁਰੱਖਿਆ ਦੇ ਹਵਾਲੇ ਦਿੱਤੇ ਜਾਂਦੇ ਆ। ਤੁਸੀਂ ਸਮਝਦੇ ਹੋ ਵੀ ਜਿਵੇਂ ਹਰ ਇੱਕ ਬੰਦੇ ਦੇ ਧਾਰਮਿਕ ਚਿੰਨ੍ਹ ਹੁੰਦੇ ਆ, ਜੇ ਉਹ ਗਾਤਰਾ ਪਾ ਕੇ ਜਹਾਜ਼ 'ਚ ਸਫ਼ਰ ਕਰਦੇ ਆ ਤਾਂ ਕੋਈ ਰੋਕ ਲੱਗਣੀ ਚਾਹੀਦੀ ਹੈ? ਇਹ ਮੰਨਦੇ ਹੋ ਕਿ ਨਹੀਂ? ਕਿੰਨੇ ਕਿਹਾ ਉਹ ਤੇ ਰੋਕ ਲੱਗੀ? ਮੈਨੂੰ ਕੀ ਦੱਸੋ, ਕਿਹੜੀ ਪੋਲੀਟੀਕਲ ਪਾਰਟੀ ਨੇ ਕਿਹਾ? ਸਵਾਲ ਇਹ ਹੈ, ਅਸਲ 'ਚ ਸਵਾਲ ਇਹ ਹੈ। ਹਾਂ, ਸਵਾਲ ਇਹ ਹੈ ਕਿ ਦੇਖੋ ਗੱਲ ਇਹ ਹੈ ਕਿ ਕੋਈ ਵੀ ਐਸਾ ਜਿਹੜੀ ਚੀਜ਼ ਜਿਹਦੇ ਨਾਲ ਨੁਕਸਾਨ ਹੋਣ ਦੀ ਹੋਵੇ, ਜਿਵੇਂ ਵੱਡੀ ਕਿਰਪਾਨ ਦੀ ਆਪਾਂ ਗੱਲ ਕਰਦੇ ਹਾਂ, ਤੇ ਉਹ ਆਲਰੇਡੀ ਜਿਹੜੇ ਹੈਗੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਬਣੇ ਨੇ ਸਾਰੇ ਧਰਮ ਨੂੰ ਧਿਆਨ 'ਚ ਰੱਖ ਕੇ ਬਣੇ ਹੋਏ ਨੇ। ਆਲਰੇਡੀ ਗਾਤਰਾ ਅਲਾਉਡ ਹੈ ਨਾ? ਜੀ ਅਲਾਉਡ ਹੈ। ਹਾਂ, ਤੇ ਫਿਰ ਬਹਿਸ ਕਿਸ ਗੱਲ ਦੀ ਹੈ? ਹਾਂ, ਉਹ ਫਿਰ ਕਿਸ ਗੱਲ ਦੀ ਬਹਿਸ? ਮੇਰੀ ਗੱਲ ਵੀ ਸੁਣ ਲਓ ਜੀ, ਮੇਰੀ ਗੱਲ ਵੀ ਸੁਣ ਲਓ। ਜਿੱਦਾਂ ਦਾ ਪਟੀਸ਼ਨ ਕਰਨ ਦਾ ਸ਼ਰਾਰਤੀ ਬੰਦਾ, ਉਸ ਤਰ੍ਹਾਂ ਦੇ ਆ ਸ਼ਰਾਰਤੀ ਹੈ ਸਿਮਰਜੀਤ ਸਿੰਘ ਮਾਨ, ਜਿਹੜੀ ਤੁਲਨਾ ਕਰਦੇ ਪਏ। ਕਮੈਂਟ ਵੀ ਸੁਣ ਲਓ ਜੀ। ਜੇਕਰ ਇਹ ਕਹਿੰਦੇ ਨੇ ਕਿ ਫਿਰ ਕੋਈ ਝਗੜਾ ਹੀ ਨਹੀਂ ਹੈ, ਫਿਰ ਉਹ ਉਦਾਹਰਨ ਅਸਲ ਚ ਪ੍ਰੋਫੈਸਰ ਸਾਹਿਬ, ਅਸਲ ਦੇ ਵਿੱਚ ਪ੍ਰੋਫੈਸਰ ਸਾਹਿਬ ਸਾਰੀ ਕਮਿਊਨਿਟੀ ਨੂੰ ਜਾਂ ਸਾਰੀ ਕੌਮ ਨੂੰ, ਜਿਵੇਂ ਪੰਜਾਬੀ ਚ ਕਹਿ ਦਿੰਦੇ ਆ ਵੀ ਇੱਕੇ ਰੱਸੇ ਨਹੀਂ ਲਿਆ ਜਾ ਸਕਦਾ ਹੁੰਦਾ। ਉਹਦੇ ਚ ਹਰ ਚੀਜ਼ ਜਿਹੜੀ ਹੈ ਉਹਦੇ ਸਟੇਟਮੈਂਟ ਤੋਂ ਗੱਲ ਛਿੜੀ ਹੈ। ਮੇਰੀ ਬੇਨਤੀ ਸੁਣ ਲਓ, ਜਿਸ ਸਟੇਟਮੈਂਟ ਤੋਂ ਗੱਲ ਛਿੜੀ ਆ ਅੱਜ, ਉਹਦੇ ਵਿੱਚ ਗੱਲ ਸ਼ੁਰੂ ਹੀ ਜੇ ਤੋਂ ਹੁੰਦੀ ਆ। ਜੇ ਉਹ ਲਾਉਣਾ ਫਿਰ ਉਹ ਵੀ ਲਾਉਣਾ ਪਏਗਾ, ਇਹ ਗੱਲ ਹੈ। ਜੇ ਤੋਂ ਨਹੀਂ ਕਰ ਸਕਦੇ ਨਾ ਤੁਸੀਂ, ਤਾਂ ਜੇ ਤੋਂ ਨਹੀਂ ਕਰ ਸਕਦੇ। ਜੇ ਤੋਂ ਕਿੱਦਾਂ ਤੁਸੀਂ ਜਿਹੜੇ ਹਿੰਦੂਆਂ ਦੇ ਜਨੇਊ ਨਾਲ ਕਿੱਦਾਂ ਕਰ ਦੋਗੇ ਤੁਸੀਂ? ਨਹੀਂ ਏਦਾਂ ਤੁਸੀਂ ਸਾਨੂੰ ਰੋਕਣਾ। ਤੁਸੀਂ ਪਟੀਸ਼ਨ ਦਾ ਹਿੰਦੂਆਂ ਦਾ ਮਤਲਬ ਨਹੀਂ ਹੈ। ਜਦ ਇਸ ਪਟੀਸ਼ਨ ਦਾ ਹਿੰਦੂਆਂ ਦਾ ਮਤਲਬ ਨਹੀਂ ਹੈ। ਹਿੰਦੂਆਂ ਦੇ ਉਦਾਹਰਨ ਦਿੱਤੀ ਹੈ, ਉਹਨਾਂ ਨੇ ਉਦਾਹਰਨ ਦਿੱਤੀ ਹੈ ਜੇ ਲਾ ਕੇ। ਅਸਲ ਚ ਅੰਗਰੇਜ਼ੀ ਦੀ ਇੱਕ ਕਹਾਵਤ ਹੈ ਪ੍ਰੋਫੈਸਰ ਸਾਹਿਬ, ਅੰਗਰੇਜ਼ੀ ਦੀ ਇੱਕ ਕਹਾਵਤ ਹੈ ਕਿ ਐਕਸੈਪਸ਼ਨਸ ਆਰ ਆਲਵੇਜ਼ देयर। ਐਕਸੈਪਸ਼ਨਸ ਜਿਹੜੀਆਂ ਹੁੰਦੀਆਂ ਉਹ ਹਰ ਜਗ੍ਹਾ ਤੇ ਹੁੰਦੀਆਂ, ਔਰ ਆਪਾਂ ਉਸ ਨੂੰ ਇੱਕ ਸੰਪੂਰਨ ਰੂਪ ਚ ਨਹੀਂ ਲੈ ਸਕਦੇ, ਚੀਜ਼ਾਂ ਨੂੰ ਸੰਪੂਰਨ ਰੂਪ ਚ ਨਹੀਂ ਲੈ ਸਕਦੇ, ਇਸ ਕਰਕੇ ਵਿਰੋਧਾਭਾਸ ਹੁੰਦਾ ਹੈ ਜੀ। ਬਿਕਾਜ਼ ਆਫ ਦਿਸ ਇਫ ਦਾ ਐਕਸੈਪਸ਼ਨਸ ਆਰ देयर ਵੀ ਨੋ ਆਲਸੋ ਜੀ, ਇਸੇ ਲਈ ਉਹਨਾਂ ਨੇ ਜੇ ਲਾਇਆ ਹੈ। ਜੇ ਇੱਕ ਧਰਮ ਦੀ ਹੈ ਤਾਂ ਦੂਜੇ, ਜਿਵੇਂ ਕਿਸੇ ਨੂੰ ਜਨੇਊ ਪਿਆਰਾ ਹੈ ਉਸੇ ਤਰ੍ਹਾਂ ਸਾਨੂੰ ਗਾਤਰਾ ਪਿਆਰਾ ਹੈ। ਬਸ ਇਹ ਕਿਹਾ ਉਹਨਾਂ ਨੇ। ਕੱਲ ਨੂੰ ਤਾਂ ਤੁਸੀਂ ਮੁਸਲਮਾਨ ਦੀ ਟੋਪੀ ਦੇ ਬਾਰੇ ਵੀ ਗੱਲ ਕਰ ਦੋਗੇ, ਕਰੋ ਮੁਸਲਮਾਨ ਦੀ ਟੋਪੀ ਉਦਾਹਰਨ ਦੇ ਤੌਰ ਤੇ ਕਰਾਂਗੇ, ਉਦਾਹਰਨ ਦਵਾਂਗੇ। ਤੁਸੀਂ ਵਿਜੇਪਾਲ ਕਰੋ, ਬੋਲੋ ਵਿਜੇਪਾਲ ਜੀ। ਉਦਾਹਰਨ ਦੇ ਤੌਰ ਤੇ ਉਦਾਹਰਨ ਸਰੀਨ ਸਾਹਿਬ ਦਵਾਂਗੇ। ਸਰੀਨ ਸਾਹਿਬ ਜੀ, ਉਦਾਹਰਨ ਦਾ ਜ਼ਿਕਰ ਮੈਂ ਵੀ ਉਹੀ ਗੱਲ ਕਰ ਰਿਹਾ, ਮਤਲਬ ਇਹ ਚੀਜ਼ ਦੋਨਾਂ ਤੇ ਲਾਗੂ ਹੁੰਦੀ ਹੈ, ਇੱਕ ਦਾ ਨਹੀਂ ਮੈਂ ਜ਼ਿਕਰ ਕਰ ਰਿਹਾ, ਦੋਨਾਂ ਤੇ ਲਾਗੂ ਹੁੰਦੀ ਹੈ। ਕਿ ਤੁਸੀਂ ਵੀ ਸਰੀਨ ਸਾਹਿਬ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ, ਉਹ ਵੀ ਸਾਰੀ ਕੌਮ ਨੂੰ ਜਾਂ ਹਰ ਬੰਦੇ ਨੂੰ ਉਸੇ ਦੇ ਵਿੱਚ ਫਿੱਟ ਨਹੀਂ ਕੀਤਾ ਜਾ ਸਕਦਾ। ਉਦਾਹਰਨਾਂ ਨੇ ਉਹਨਾਂ ਨੇ ਦਿੱਤੀ ਹੈ ਔਰ ਉਸੇ ਤੇ ਬਹਿਸ ਹੋ ਰਹੀ ਹੈ ਜੀ। ਵਿਜੇਪਾਲ ਜੀ ਨਾਲ ਕੋਈ ਝਗੜਾ ਨਹੀਂ ਹੈ, ਅਸੀਂ ਉਦਾਹਰਨ ਦਿੱਤੀ ਹੈ। ਹਰ ਵਕੀਲ ਆਪਣੀ ਗੱਲ ਕਰਨ ਦੇ ਲਈ ਕੋਈ ਉਦਾਹਰਨ ਦਿੰਦਾ ਹੈ। ਮਾਫੀ ਮੰਗਣੀ ਚਾਹੀਦੀ ਹੈ। ਜੀ ਸਰੀਨ ਸਾਹਿਬ, ਛੋਟਾ ਜਿਹਾ ਕਮੈਂਟ, ਮੈਂ ਫਿਰ ਵਾਈਂਡ ਅਪ ਕਰਨਾ ਆਪਣੇ ਕੋਲੇ ਸਮਾਂ। ਸਰੀਨ ਸਾਹਿਬ, ਵਿਜੇਪਾਲ ਜੀ ਮੇਰੀ ਸਿਰਫ ਇੰਨੀ ਬੇਨਤੀ ਹੈ ਇਹਨਾਂ ਨੂੰ, ਇੱਕ ਤੇ ਸਿੱਖਾਂ ਦੇ ਠੇਕੇਦਾਰ ਨਹੀਂਗੇ,
ਗੁਰੂ ਮਹਾਰਾਜ ਜੀ ਸਾਡੇ ਸਾਰਿਆਂ ਦੇ ਨੇ, ਇਹ ਗੁਰੂ ਮਹਾਰਾਜ ਜੀ ਦਾ ਠੇਕਾ ਲੈਣਾ ਬੰਦ ਕਰਨ ਜੀ। ਔਰ ਦੂਸਰੀ ਗੱਲ ਇਹ ਹੈ ਕਿ ਸਾਨੂੰ ਸਾਰੇ ਧਰਮਾਂ ਦਾ ਆਦਰ ਸਨਮਾਨ ਕਰਨਾ ਚਾਹੀਦਾ ਹੈ ਔਰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਜਿਹੜਾ ਅਸੀਂ ਪੰਜਾਬ ਨੂੰ ਦੁਬਾਰਾ ਅੱਗ 'ਚ ਝੋਂਕਣ ਦੀ ਕੋਸ਼ਿਸ਼ ਕਰ ਰਹੇ ਨੇ ਸਿਮਰਜੀਤ ਸਿੰਘ ਮਾਨ, ਇਹਨਾਂ ਹਰਕਤਾਂ ਤੋਂ ਉਹਨਾਂ ਨੂੰ ਬਾਜ਼ ਆਉਣਾ ਚਾਹੀਦਾ ਹੈ। ਆਪਾਂ ਬੜੀ ਮੁਸ਼ਕਲ ਦੇ ਨਾਲ 80 ਦਾ ਦਹਾਕਾ ਖਤਮ ਹੋਇਆ ਔਰ ਪਿਆਰ ਮੁਹੱਬਤ ਦੇ ਨਾਲ ਸਾਰਾ ਪੰਜਾਬ ਅੱਗੇ ਤਰੱਕੀ ਕਰ ਰਿਹਾ ਹੈ। ਸਾਨੂੰ ਉਹਦੀ ਤਰੱਕੀ ਵਾਸਤੇ ਪੋਜ਼ਿਟਿਵ ਗੱਲਾਂ ਕਰਨੀਆਂ ਚਾਹੀਦੀਆਂ ਨੇ। ਫੋਰਨ 'ਚ ਬੈਠੇ ਆਪਣੇ ਫੰਡ ਜਿਹੜੇ ਫੰਡਿੰਗ ਕਰਦੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇਹੋ ਜਿਹੀਆਂ ਸਟੇਟਮੈਂਟਾਂ ਸਿਮਰਜੀਤ ਸਿੰਘ ਮਾਨ ਨੂੰ ਨਹੀਂ ਦੇਣੀਆਂ ਚਾਹੀਦੀਆਂ। ਠੀਕ ਹੈ, ਠੀਕ ਹੈ। ਚਲੋ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਲਈ, ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ, ਕਿਉਂਕਿ ਮਸਲਾ ਸਿਕਿਉਰਿਟੀ ਦੇ ਨਾਲ ਜੁੜਿਆ ਹੋਇਆ ਸੀ। ਇੱਕ ਪਟੀਸ਼ਨ ਦਿੱਲੀ ਹਾਈ ਕੋਰਟ ਦੇ ਵਿੱਚ ਪਈ ਹੈ, ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਵੱਲੋਂ ਇਹ ਬਿਆਨ ਦਿੱਤਾ ਗਿਆ ਔਰ ਫਿਰ ਇਸ ਚੀਜ਼ ਦੇ ਨਾਲ ਜਿਹੜੀ ਹੈ ਇੱਕ ਕੰਟਰੋਵਰਸੀ ਪੈਦਾ ਹੋਈ ਹੈ, ਇੱਕ ਵਿਵਾਦ ਖੜਾ ਹੋਇਆ। ਉਸੇ ਤੇ ਅਸੀਂ ਗੱਲਬਾਤ ਕਰ ਰਹੇ ਸੀ।